ਤੁਸੀਂ ਹਿੰਦੂ ਧਰਮ ਨੂੰ ਛੱਡ ਕੇ ਸਿੱਖ ਧਰਮ ਸਵੀਕਾਰ ਕੀਤਾ, ਕਿਦੋਂ ਤੋਂ ਤੁਸੀਂ ਇਸ ਧਰਮ ਨੂੰ ਜੋ ਹੈ ਆਪਣਾ ਅਪਣਾਇਆ ਜੀ? ਸਿੱਖ ਧਰਮ ਵਿੱਚ ਤੁਸੀਂ ਕਿੱਦਾਂ ਆਏ, ਕੀ ਸੀ ਮਾਮਲਾ, ਕਿ ਕਿਸੇ ਨੇ ਦਬਾਅ ਪਾਇਆ ਸੀ ਜਾਂ ਕੋਈ ਲਾਲਚ ਦਿੱਤਾ ਗਿਆ ਸੀ ਤੁਹਾਨੂੰ? ਬਿਲਕੁਲ ਨਹੀਂ, ਕੋਈ ਲਾਲਚ ਨਹੀਂ। ਲਾਲਚ ਤੇ ਦੇਖੋ ਜੀ, ਲਾਲਚ ਤੇ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਲਾਲਚੀ ਹੁੰਦੇ ਨੇ। ਤੁਸੀਂ ਕਿਰਪਾਨ ਧਾਰਨ ਕੀਤੀ ਹੈ, ਕਿਦੋਂ ਤੋਂ ਤੁਸੀਂ ਅੰਮ੍ਰਿਤ ਛਕਿਆ ਜਿਹੜਾ? ਇਹ ਵਿਸਾਖੀ ਵਾਲੇ ਦਿਨ ਛਕਿਆ ਸੀ ਅੰਮ੍ਰਿਤ। ਹਾਂ, ਵਾਹਿਗੁਰੂ ਦੀ ਉਦੋਂ ਕਿਰਪਾ ਹੋਈ ਸੀ। ਅਚਾਨਕ ਅੰਦਰੋਂ ਆਵਾਜ਼ ਪਈ, ਚਲੇ ਗਏ। ਕਿਸੇ ਨੂੰ ਨਹੀਂ ਦੱਸਿਆ, ਮੇਰੇ ਇੱਥੋਂ ਤੱਕ ਖਾਸ ਦੋਸਤਾਂ ਨੂੰ ਨਹੀਂ ਪਤਾ ਮੈਂ ਅੰਮ੍ਰਿਤ ਛਕ ਕੇ ਆ ਗਿਆ। ਪਹਿਲੇ ਦਮਾਲਾ ਮੈਂ ਘੱਟੋ ਘੱਟ 5 ਸਾਲ ਹੋ ਗਏ ਬੰਦੇ ਨੂੰ। ਉਸ ਤੋਂ ਬਾਅਦ ਮੈਂ ਇਹ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ। ਵਾਹਿਗੁਰੂ ਤੋਂ ਹੁਕਮ ਹੋਇਆ, ਉਦੋਂ ਹੁਕਮ ਦੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ, ਪਤਾ ਵੀ ਨਹੀਂ ਹਿਲ ਸਕਦਾ। ਚੰਗਾ ਕਿਉਂ ਲੱਗਿਆ ਤੁਹਾਨੂੰ? ਕਿਉਂ ਮਤਲਬ ਇਹ ਹੋਇਆ ਕਿ ਮੈਂ ਦਾੜਾ ਰੱਖਾਂ, ਕੇਸ ਰੱਖਾਂ ਤੇ ਜੋ ਹੈ ਦਸਤਾਰ ਸਜਾਵਾਂ? ਕਿਦੋਂ ਮਨ ਵਿੱਚ ਆਇਆ ਤੁਹਾਡੇ? ਇਹ ਤਾਂ ਹੀ ਕਲਾ ਵਰਤਦੀ ਹੁੰਦੀ ਹੈ। 10 ਸਾਲ ਹੋ ਗਏ ਅਸੀਂ ਜਿਹੜਾ ਕਿ ਕੌਮ ਲਈ ਕੰਮ ਕਰਦੇ ਪਏ ਹਾਂ, ਇਹ ਕੌਮ ਦੇ ਲੇਖੇ ਲਾ ਰਹੇ ਹਾਂ ਜ਼ਿੰਦਗੀ। ਇਹ ਜਦੋਂ ਬੰਦਾ ਜੰਮਦਾ ਆ ਉਦੋਂ ਤਾਂ ਕੁਛ ਨਹੀਂ, ਉਦੋਂ ਤਾਂ ਬਿਲਕੁਲ ਉਹ ਖਾਸ ਰੂਪ ਹੀ ਹੁੰਦਾ, ਸਿੱਖ ਹੀ ਹੁੰਦਾ। ਤੇ ਉਸ ਤੋਂ ਬਾਅਦ ਇਹਨੂੰ ਧਰਮਾਂ ਜਾਤਾਂ ਦੇ ਨਾਮ ਤੇ ਫਸਾਇਆ ਜਾਂਦਾ। ਹਰੇਕ ਬੰਦੇ ਦਾ ਕੋਈ ਆਪਣਾ ਆਪਣਾ ਏਮ ਹੁੰਦਾ। ਸਾਡਾ ਜਿਹੜਾ ਗੋਲ ਆ ਸਿਰਫ ਸਾਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ। ਤੇ ਸਾਡੇ ਅੱਜ ਦੇ ਟਾਈਮ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਿੰਨੀਆਂ ਹੋ ਰਹੀਆਂ ਨੇ, ਇਹ ਸਾਨੂੰ ਦਰਦ ਹੁੰਦਾ। ਇਹ ਇਕੱਲਾ ਮੈਨੂੰ ਨਹੀਂ ਆ, ਇਹ ਇੱਦਾਂ ਦੇ ਕਈ ਲੋਕ ਨੇ, ਕਈ ਮੋਨੇ ਬੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਦਰਦ ਹੁੰਦਾ, ਕਿਉਂਕਿ ਅੱਜ ਤੱਕ ਸਰਕਾਰਾਂ ਇਨਸਾਫ ਨਹੀਂ ਦਿਵਾ ਸਕੀਆਂ। ਜਦੋਂ ਮੇਰਾ ਆਹ ਪ੍ਰਕਾਸ਼ ਹੋਣ ਲੱਗ ਪਿਆ ਦਾੜਾ ਤੇ ਮੇਰੇ ਕੇਸ, ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਜੇ ਇਹ ਆ ਸਕਦਾ ਤੇ ਅਸੀਂ ਆਪਣੇ ਗੁਰੂ ਤੋਂ ਬੇਮੁਖ ਕਿਉਂ ਆ? ਕਈ ਨੌਜਵਾਨਾਂ ਨੇ ਘੱਟੋ ਘੱਟ ਨਸ਼ਿਆਂ ਦੇ ਵਿੱਚੋਂ 70-80 ਨੌਜਵਾਨ ਵਿੱਚ ਕੁੜੀਆਂ ਨੇ, ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਵੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨਸ਼ੇ ਦੇ ਵਿੱਚੋਂ ਕੱਢ ਕੇ ਸਾਨੂੰ ਦੇਖ ਕੇ ਸਾਡੀ ਮੰਨ ਕੇ ਵਾਪਸ ਆਏ ਨੇ। ਸਾਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਹੀ ਪੈਣਾ, ਅੱਜ ਨਹੀਂ ਤਾਂ ਕੱਲ ਨਹੀਂ, ਕਦੋਂ ਨਾ ਕਦੋਂ ਤੇ ਹੋਣਾ ਹੀ ਪੈਣਾ ਜੇ ਆਪਣੇ ਹੱਕ ਲੈਣੇ ਨੇ, ਨਹੀਂ ਤੇ ਇਹਨਾਂ ਨੇ ਸਾਡੇ ਦਾੜਿਆਂ ਤੱਕ ਪਹੁੰਚ ਜਾਣਾ। ਸਤਿ ਸ਼੍ਰੀ ਅਕਾਲ ਜੀ, ਰਹਿਮਤ ਟੀਵੀ ਤੇ ਸੁਰਕਾਰ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕੁਲਬੀਰ ਰਾਹੀ। ਧਰਮ ਕੋਈ ਵੀ ਬੁਰਾ ਨਹੀਂ ਹੁੰਦਾ, ਲੇਕਿਨ ਕੁਝ ਲੋਕ ਜਿਹੜੇ ਨੇ ਦੂਜੇ ਧਰਮਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਧਰਮ ਛੱਡ ਕੇ ਦੂਜਾ ਧਰਮ ਸਵੀਕਾਰ ਕਰ ਲੈਂਦੇ ਨੇ। ਅੱਜ ਇਹੋ ਜਿਹੀ ਨੌਜਵਾਨ ਦੀ ਇੱਕ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਰਿੰਕੂ ਗਾਂਧੀ ਸਾਡੇ ਨਾਲ ਨੇ, ਤੇ ਜੋ ਪਹਿਲਾਂ ਸਤਪਾਲ ਕੁਮਾਰ ਹੁੰਦੇ ਸੀ ਤੇ ਹੁਣ ਅਨਕ ਸਿੰਘ ਖਾਲਸਾ ਬਣ ਗਏ ਨੇ। ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅਨਕ ਸਿੰਘ ਜੀ, ਤੁਹਾਡਾ ਬੜਾ ਵੱਡਾ ਪਰਿਵਰਤਨ ਤੁਹਾਡੇ ਦੇ ਵਿੱਚ ਦੇਖਣ ਨੂੰ ਆ ਰਿਹਾ, ਤੁਹਾਡੀ ਵੇਸ਼-ਭੂਸ਼ਾ ਵਿੱਚ, ਤੇ ਜਿਹੜੇ ਰਾਹ 'ਤੇ ਤੁਸੀਂ ਚੱਲੇ ਉਸ ਵਿੱਚ ਵੀ ਕਾਫੀ ਤੁਸੀਂ ਚੇਂਜ ਕੀਤਾ ਆਪਣੇ ਆਪ ਨੂੰ। ਪਹਿਲਾਂ ਤੁਸੀਂ ਹਿੰਦੂ ਸਮਾਜ ਤੇ ਜਿਹੜੇ ਬਾਜੀਗਰ ਭਾਈਚਾਰੇ ਤੋਂ ਤੁਸੀਂ ਹੈਗੇ ਹੋ, ਉਹਦੇ ਬਾਅਦ ਸਿੱਖ ਧਰਮ ਵਿੱਚ ਤੁਸੀਂ ਕਿੱਦਾਂ ਆਏ, ਕੀ ਸੀ ਮਾਮਲਾ, ਕਿ ਕਿਸੇ ਨੇ ਦਬਾਅ ਪਾਇਆ ਸੀ ਜਾਂ ਕੋਈ ਲਾਲਚ ਦਿੱਤਾ ਗਿਆ ਸੀ ਤੁਹਾਨੂੰ? ਬਿਲਕੁਲ ਨਹੀਂ, ਕੋਈ ਲਾਲਚ ਨਹੀਂ। ਲਾਲਚ ਤੇ ਦੇਖੋ ਜੀ, ਲਾਲਚ ਤੇ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਲਾਲਚੀ ਹੁੰਦੇ ਨੇ। ਤੇ ਵਾਹਿਗੁਰੂ ਨੇ ਹਮੇਸ਼ਾ ਤੋਂ ਹੀ ਕਿਰਪਾ ਰੱਖੀ ਆ। ਘੱਟੋ ਘੱਟ 9-10 ਸਾਲ ਹੋ ਗਏ ਇੱਕ ਸੰਸਥਾ ਚਲਾਉਂਦੇ ਹੋਏ ਮੈਨੂੰ। ਪੰਜਾਬ ਸਿੰਘ ਸੰਸਥਾ ਹੈ ਮੇਰੀ, ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਾਂ, ਕਈਆਂ ਦੇ ਘਰ ਪਵਾ ਚੁੱਕੇ ਹਾਂ, ਤੇ ਕਈਆਂ ਦੀ ਹਲੇ ਮਦਦ ਹੋ ਰਹੀ ਆ। ਕਿਉਂਕਿ ਹਲੇ ਐਜੂਕੇਸ਼ਨ ਦੇ ਜਿਹੜੀ ਲਾਈਨ ਆ ਉਹ ਅਸੀਂ ਪਹਿਲੇ ਫੜੀ ਹੋਈ, ਕਿਉਂਕਿ ਅੱਜ ਦੇ ਟਾਈਮ ਦੇ ਬੱਚਿਆਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ। ਅਨੰਦ ਸਿੰਘ ਜੀ, ਪਹਿਲਾਂ ਅਸੀਂ ਗੱਲ ਕਰਦੇ ਹਾਂ ਧਰਮ ਪਰਿਵਰਤਨ ਦੀ। ਤੁਸੀਂ ਹਿੰਦੂ ਧਰਮ ਨੂੰ ਛੱਡ ਕੇ ਸਿੱਖ ਧਰਮ ਸਵੀਕਾਰ ਕੀਤਾ, ਕਿਦੋਂ ਤੋਂ ਤੁਸੀਂ ਇਸ ਧਰਮ ਨੂੰ ਜੋ ਹੈ ਆਪਣਾ ਅਪਣਾਇਆ? ਪਹਿਲੀ ਗੱਲ ਤਾਂ ਕੋਈ ਛੱਡਿਆ ਨਹੀਂ ਜਾਂਦਾ। ਸ਼ੁਰੂ ਤੋਂ ਹੀ ਬੰਦਾ ਜਦੋਂ ਜੰਮਦਾ ਹੀ ਬੰਦਾ ਸਿੱਖ ਹੀ ਜੰਮਦਾ ਹੁੰਦਾ। ਤੁਹਾਨੂੰ ਪਤਾ ਜਦੋਂ ਬੰਦਾ ਜਦੋਂ ਜਨਮ ਹੁੰਦਾ ਬੰਦੇ ਦਾ, ਜੇ ਉਸ ਨਾਲ ਕੋਈ ਛੇੜਛਾੜ ਨਾ ਹੋਵੇ ਉਹ ਸਿੱਖ ਹੀ ਹੁੰਦਾ। ਸਿੱਖ ਦਾ ਮਤਲਬ ਜਿਹੜਾ ਕਿ ਸਾਰੇ ਧਰਮਾਂ ਤੋਂ ਰਹਿਤ, ਜਿਹੜਾ ਕਿ ਕਿਸੇ ਜਾਤ ਪਾਤ, ਕਿਸੇ ਊਂਚ ਨੀਚ ਦਾ ਕੋਈ ਫਰਕ ਨਹੀਂ ਮੰਨਿਆ ਜਾਂਦਾ। ਤੇ ਇਹ ਮਿਸਾਲਾਂ ਬਹੁਤ ਨੇ ਸਾਡੇ ਗੁਰੂਆਂ ਦੀਆਂ, ਤੇ ਅਸੀਂ ਦੱਸ ਵੀ ਸਕਦੇ ਹਾਂ, ਤੁਹਾਨੂੰ ਪਤਾ ਵੀ ਹੋਣਾ। ਤੇ ਇਸ ਕਰਕੇ ਇਹ ਕੋਈ ਇਹ ਨਹੀਂ ਹੈ ਕਿ ਕੋਈ ਛੱਡਿਆ ਜਾਂਦਾ। ਕੋਈ ਇਹ ਜਦੋਂ ਬੰਦਾ ਜੰਮਦਾ ਆ ਉਦੋਂ ਤਾਂ ਕੁਛ ਨਹੀਂ, ਉਦੋਂ ਤਾਂ ਬਿਲਕੁਲ ਉਹ ਖਾਸ ਰੂਪ ਹੀ ਹੁੰਦਾ, ਸਿੱਖ ਹੀ ਹੁੰਦਾ। ਤੇ ਉਸ ਤੋਂ ਬਾਅਦ ਇਹਨੂੰ ਧਰਮਾਂ ਜਾਤਾਂ ਦੇ ਨਾਮ ਤੇ ਫਸਾਇਆ ਜਾਂਦਾ। ਜਿੱਦਾਂ ਹਿੰਦੂ ਧਰਮ, ਮੁਸਲਿਮ ਧਰਮ, ਈਸਾਈ ਧਰਮ, ਇਹ ਫਿਰ ਵੱਖ-ਵੱਖ ਜਿੱਦਾਂ ਫਰੈਂਚਾਈਜ਼ੀ ਬਣਾਈਆਂ ਹੋਈਆਂ ਨੇ, ਵੱਖ-ਵੱਖ ਜਿੱਦਾਂ ਇਹਨਾਂ ਨੇ ਆਪਣੇ ਇਹ ਮਨੁੱਖਾਂ ਨੇ ਬਣਾਈਆਂ, ਨਾ ਕਿ ਇਹ ਸਾਡੇ ਜਿਹੜੇ ਗੁਰੂਆਂ ਨੇ ਬਣਾਈਆਂ ਨੇ। ਕਿਉਂਕਿ ਬਾਬੇ ਨਾਨਕ ਦੀ ਇੱਕੋ ਹੀ ਉਹਨਾਂ ਨੇ ਚਾਰ ਉਦਾਸੀਆਂ ਇਹ ਕੀਤੀਆਂ ਸੀ। ਉਹਨਾਂ ਨੇ ਹਮੇਸ਼ਾ ਹੀ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਦਿੱਤਾ ਸੀਗਾ, ਤਾਂ ਹੀ ਉਹਨੂੰ ਪੂਰੀ ਦੁਨੀਆ ਮੰਨਦੀ ਹੈ। ਫਿਰ ਵੀ ਜੋ ਸਿੱਖ ਧਰਮ ਤੁਸੀਂ ਚੰਗਾ ਕਿਉਂ ਲੱਗਿਆ ਤੁਹਾਨੂੰ? ਕਿਉਂ ਮਤਲਬ ਇਹ ਹੋਇਆ ਕਿ ਮੈਂ ਦਾੜਾ ਰੱਖਾਂ, ਕੇਸ ਰੱਖਾਂ ਤੇ ਜੋ ਹੈ ਦਸਤਾਰ ਸਜਾਵਾਂ? ਕਿਦੋਂ ਮਨ ਵਿੱਚ ਆਇਆ ਤੁਹਾਡੇ? ਇਹ ਤਾਂ ਹੀ ਕਲਾ ਵਰਤਦੀ ਹੁੰਦੀ ਹੈ। 10 ਸਾਲ ਹੋ ਗਏ ਅਸੀਂ ਜਿਹੜਾ ਕਿ ਕੌਮ ਲਈ ਕੰਮ ਕਰਦੇ ਪਏ ਹਾਂ, ਇਹ ਕੌਮ ਦੇ ਲੇਖੇ ਲਾ ਰਹੇ ਹਾਂ ਜ਼ਿੰਦਗੀ। ਕਿਉਂਕਿ ਹਰੇਕ ਬੰਦੇ ਦਾ ਕੋਈ ਆਪਣਾ ਆਪਣਾ ਏਮ ਹੁੰਦਾ। ਸਾਡਾ ਜਿਹੜਾ ਗੋਲ ਆ ਸਿਰਫ ਸਾਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ।
ਉਸ ਵਰਗਾ ਰਾਜ ਹੋਵੇ। ਅਸੀਂ ਇਹ ਨਹੀਂ ਕਹਿੰਦੇ ਕਿਤੇ ਖਾਲਿਸਤਾਨ ਆਵੇ, ਇੱਥੇ ਖਾਲਸਾ ਰਾਜ ਆਵੇ ਤੇ ਖਾਲਸਾ ਰਾਜ ਵਰਗਾ ਇੱਥੇ ਰਾਜ ਹੋਵੇ। ਇੱਥੇ ਸਾਰੇ ਧਰਮਾਂ ਨੂੰ ਆਪਣੀ ਆਪਣੀ ਆਜ਼ਾਦੀ ਹੋਵੇ, ਚਾਹੇ ਹੁਣ ਬਣ ਹੀ ਗਏ ਨੇ ਧਰਮ ਆਪਣੇ ਆਪਣੇ ਆਜ਼ਾਦੀ। ਜਿੱਦਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦਾ ਸੀਗਾ, ਉਹਨਾਂ ਨੇ ਹਮੇਸ਼ਾ ਹੀ ਸਾਂਝੀਵਾਲਤਾ ਦੀ ਜਿਹੜੀ ਉਹਨਾਂ ਨੇ ਮਿਸਾਲ ਪੈਦਾ ਕੀਤੀ ਹੈ। ਜਦੋਂ ਵੀ ਉਹਨਾਂ ਕੋਲ ਕੋਈ ਭਾਈਚਾਰਾ ਜਾਂਦਾ ਹੁੰਦਾ ਸੀ, ਤੁਹਾਨੂੰ ਇਹ ਚੀਜ਼ਾਂ ਪਤਾ ਹੀ ਹੋਣੀਆਂ ਕਿ ਜਦੋਂ ਉਹਨਾਂ ਕੋਲ ਜਾਂਦੇ ਹੁੰਦੇ ਸੀ ਕਿ ਅਸੀਂ ਮਸਜਿਦ ਬਣਾਉਣੀ ਹੈ, ਉਹਨਾਂ ਨੇ ਕਹਿਣਾ ਨਾਲ ਇੱਕ ਵਿਦਿਆਲੇ ਖੋਲ੍ਹੋ। ਜਦੋਂ ਉਹਨਾਂ ਨੇ ਕਹਿਣਾ ਸੀ ਕਿ ਅਸੀਂ ਮੰਦਿਰ ਬਣਾਉਣਾ, ਨਾਲ ਇੱਕ ਵਿਦਿਆਲੇ ਖੋਲ੍ਹੋ। ਹਰੇਕ ਆਪਣੇ ਆਪਣੇ ਸਿੱਖਿਆ ਦੇਣ ਦੇ ਲਈ ਉਹਨਾਂ ਨੇ ਐਜੂਕੇਸ਼ਨ ਨੂੰ ਮੇਨ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰਾਂਗੇ। ਇਸ ਕਰਕੇ ਉਸ ਟਾਈਮ ਦੇ ਵਿੱਚ ਜਦੋਂ ਮਹਾਰਾਜੇ ਇੱਦਾਂ ਦੇ ਹੋਣ ਨਾ, ਜਦੋਂ ਉਹ ਆਪ ਪ੍ਰਜਾ ਦੇ ਵਿੱਚ ਵਿਚਰਦੇ ਹੋਣ, ਉਦੋਂ ਰਾਜ ਵਧੀਆ ਚੱਲਦਾ ਹੁੰਦਾ। 40 ਸਾਲ ਰਾਜ ਹੋਇਆ ਨਾ ਕੋਈ ਅੱਜ ਤੱਕ ਕੋਈ ਰੌਲਾ। ਮੈਂ ਕਹਿੰਦਾ ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ 5 ਸਦੀਆਂ ਤੱਕ ਉਹ ਰਾਜ ਸਰਵਉੱਤਮ ਮੰਨਿਆ ਗਿਆ ਹੈ। ਤੇ ਅੱਜ ਦੇ ਟਾਈਮ 'ਚ ਦੇਖੋ 70 ਸਾਲ ਦੇ ਵਿੱਚ ਹੀ ਇਹਨਾਂ ਨੇ ਆਪਣਾ ਰੰਗ ਦਿਖਾਣੇ ਸ਼ੁਰੂ, ਚਾਹੇ ਉਹ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਜੋ ਮਰਜ਼ੀ ਆ, ਜਿਹੜੀ ਮਰਜ਼ੀ। ਹੁਣ ਇਹ ਮੋਹਨ ਭਾਗਵਤ ਦਾ ਬਿਆਨ ਆਇਆ ਸੀ, ਅਖੰਡ ਭਾਰਤ। ਮੈਂ ਇੱਕ ਉਹਨੂੰ ਗੱਲ ਪੁੱਛਣਾ ਚਾਹੁੰਦਾ ਕਿ ਤੇਰੇ ਇਕੱਲੇ ਇਹ ਹਿੰਦੂਆਂ ਦਾ ਹੀ ਭਾਰਤ ਆ? ਇੱਥੇ ਸਾਰੇ ਸਾਂਝੀਵਾਲਤਾ ਦੇ ਲੋਕ ਰਹਿੰਦੇ ਨੇ। ਇਹ ਮਤਲਬ ਸਾਂਝੇ ਧਰਮਾਂ ਦਾ ਜਿਹੜਾ ਹਿੰਦੁਸਤਾਨ ਆ, ਕਿਉਂਕਿ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ, ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ। ਪਰ ਜਦੋਂ ਇਹ ਇੱਦਾਂ ਦੀਆਂ ਗੱਲਾਂ ਕਰਦੇ ਨੇ ਤਾਂ ਇਹਨਾਂ ਨੇ ਧਰਮਾਂ ਜਾਤਾਂ ਪਾਤਾਂ ਦੇ ਨਾਮ 'ਤੇ ਰਾਜਨੀਤੀ ਕੀਤੀ ਹੋਈ ਹੈ ਤੇ ਇਸ ਕਰਕੇ ਲੋਕਾਂ ਨੂੰ ਪਾੜ ਰਹੇ ਨੇ ਤੇ ਆਪਾਂ ਉਹ ਹੋਣ ਨਹੀਂ ਦੇਣਾ। ਇਸ ਕਰਕੇ ਜਦੋਂ ਮੇਰਾ ਇੱਧਰ ਝੁਕਾਅ ਇਸ ਕਰਕੇ ਹੋਇਆ ਕਿਉਂਕਿ ਮੇਰੇ ਜਿਹੜਾ ਇਹ ਸਾਡੀ ਬਾਜੀਗਰ ਬਰਾਦਰੀ ਜ਼ਿਆਦਾਤਰ ਨਿਹੰਗ ਸਿੰਘ ਹੀ ਨੇ, ਕਿਉਂਕਿ ਉਹ ਸਰਦਾਰ ਸਜੇ ਹੋਏ ਨੇ ਸ਼ੁਰੂ ਤੋਂ ਹੀ, ਜਿਹੜੇ ਕਿ ਉਹਨਾਂ ਨੂੰ ਅਸਲੀ ਜਿਹੜੇ ਕਹਿੰਦੇ ਨਾ ਰਾਹ ਆਪਣੇ ਆਪ ਹੀ ਲੈ ਜਾਂਦਾ ਹੁੰਦਾ। ਤੇ ਜਿਹੜਾ ਜਦੋਂ ਕਲਾ ਵਰਤਣ ਦਾ ਭਾਵ ਕਿ ਜਿਸ ਬੰਦੇ ਦੇ ਅੰਦਰ ਚੀਜ਼ ਹੁੰਦੀ ਨਾ ਗੁਰੂ ਪ੍ਰਤੀ, ਤੇ ਜਿੱਦਾਂ ਹੁਣ ਖਾਲਸਾ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਖਾਲਸਾ ਕਿਸ ਕਰਕੇ ਸਾਜਿਆ ਸੀਗਾ? ਜੇ ਉਹਨਾਂ ਦੇ ਮਨ ਦੇ ਕੁਝ ਵੈਰ ਵਿਰੋਧ ਹੁੰਦਾ, ਜੇ ਉਹਨਾਂ ਨੇ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਨੂੰ ਕਿਉਂ ਭੇਜਦੇ ਇਹ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ, ਸ਼ੀਸ਼ ਕਟਾ ਕੇ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੁਣ ਇਸ ਟਾਈਮ 'ਤੇ ਵੀ। ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੂੰ ਖਾਲਸਾ ਸਾਜਣ ਦੀ ਕਿਉਂ ਜ਼ਰੂਰਤ ਪੈ ਗਈ? ਕਿਉਂਕਿ ਉਹਨਾਂ ਨੇ ਕਿਹਾ ਸੀ ਇਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਉਂਕਿ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਸੀਗਾ। ਤੇ ਸਾਡੇ ਅੱਜ ਦੇ ਟਾਈਮ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਿੰਨੀਆਂ ਹੋ ਰਹੀਆਂ ਨੇ, ਇਹ ਸਾਨੂੰ ਦਰਦ ਹੁੰਦਾ। ਇਹ ਇਕੱਲਾ ਮੈਨੂੰ ਨਹੀਂ ਆ, ਇਹ ਇੱਦਾਂ ਦੇ ਕਈ ਲੋਕ ਨੇ, ਕਈ ਮੋਨੇ ਬੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਦਰਦ ਹੁੰਦਾ, ਕਿਉਂਕਿ ਅੱਜ ਤੱਕ ਸਰਕਾਰਾਂ ਇਨਸਾਫ ਨਹੀਂ ਦਿਵਾ ਸਕੀਆਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਅਸੀਂ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਫ਼ਜ਼ ਨੇ ਉਹਨੂੰ ਗੁਰੂ ਮੰਨਿਆ ਗਿਆ ਹੈ, ਤੇ ਸਾਡੇ ਗੁਰੂ ਨਾਲ ਇਹ ਇੱਡੀ ਵੱਡੀ ਬੇਅਦਬੀ ਹੋ ਰਹੀ ਹੈ ਤੇ ਸਰਕਾਰਾਂ ਕੱਖ ਨਹੀਂ ਕਰ ਰਹੀਆਂ। ਤੇ ਇਸ ਕਰਕੇ ਸਾਡਾ ਜਿਹੜਾ ਮੇਨ ਸਾਰੇ ਨੌਜਵਾਨਾਂ ਦਾ ਇਹ ਜਿਹੜਾ ਟੀਚਾ ਬਣ ਗਿਆ, ਜਿਹਦਾ ਮੇਰਾ ਏਮ ਆ, ਮੈਂ ਆਪਣੇ ਕੌਮ ਦੇ ਲੇਖੇ ਲਾਵਾਂ। ਮੈਂ ਜਿਹੜੀ ਬਾਕੀ ਬਚੀ ਖੁਚੀ ਜ਼ਿੰਦਗੀ ਆ, ਮੇਰੀ 30-32 ਸਾਲ ਉਮਰ ਆ ਮੇਰੀ, ਬਾਕੀ ਜਿਹੜੀ ਕੌਮ ਦੇ ਲੇਖੇ ਲਾਣਾ ਚਾਹੁੰਦਾ। ਮੈਂ ਕੌਮ ਦੀ ਜਿੱਥੇ ਵੀ ਮੇਰੀ ਲੋੜ ਪਈ ਆ ਉੱਥੇ ਅਸੀਂ ਸ਼ਹੀਦੀਆਂ ਦੇਣ ਨੂੰ ਤਿਆਰ ਹਾਂ। ਪਰਿਵਾਰਿਕ ਸਵਾਲ ਇੱਕ ਹੋਰ ਪੁੱਛਾਂਗਾ ਕਿ ਪਰਿਵਾਰ ਵਿੱਚ ਹੋਰ ਕੌਣ ਕੌਣ ਨੇ? ਤੁਹਾਡੇ ਇਲਾਵਾ ਵੀ ਕੋਈ ਸਿੱਖ ਹੈਗਾ ਤੁਹਾਡੇ ਪਰਿਵਾਰ 'ਚ? ਸਾਡੇ ਇਲਾਵਾ ਮੇਰੇ ਦਾਦਾ ਜੀ ਸੀਗੇ, ਜੋ ਦਸਤਾਰ ਬੰਨ੍ਹਦੇ ਸੀਗੇ, ਕੇਸ ਰੱਖੇ ਹੋਏ ਸੀ, ਪਰ ਦਾੜਾ ਕਟਾਉਂਦੇ ਸੀ। ਪਰ ਸਾਡੇ ਪਰਿਵਾਰ ਦੇ ਵਿੱਚ ਹੁਣ ਇਸ ਟਾਈਮ ਕੋਈ ਨਹੀਂ ਆ। ਪਰ ਮੈਨੂੰ ਦੇਖ ਕੇ ਘੱਟੋ ਘੱਟ ਮੁਹੱਲੇ ਦੇ ਵਿੱਚ ਸਾਡੇ ਕਾਫੀ ਮੁੰਡੇ ਨੇ ਕੇਸ ਰੱਖੇ ਹੋਏ ਨੇ। ਮੇਰੇ ਯਾਰ ਦੋਸਤ ਸੀਗੇ ਜਿਹੜੇ ਸਿੱਖ ਮਤਲਬ ਪਹਿਲੇ ਸਿੱਖ ਸੀਗੇ, ਵਾਲ ਰੱਖਦੇ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਕੋਈ ਨਵਾਂ ਜਿਹਾ ਟਰੈਂਡ ਚੱਲ ਗਿਆ ਜਿੱਦਾਂ ਵਾਲ ਕਟਾ ਕੇ ਉਹਨਾਂ ਨੇ ਨਹੀਂ ਭੁੱਲ ਗਏ। ਜਦੋਂ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਮੁੱਖ ਮੋੜ ਲਿਆ, ਜਦੋਂ ਉਹਨਾਂ ਨੇ ਦੇਖਿਆ ਕਿ ਤੂੰ 10 ਸਾਲ ਤੋਂ ਇਸ ਪਾਸੇ ਲੱਗਿਆ ਹੋਇਆ, ਤੈਨੂੰ ਕੋਈ ਮਤਲਬ ਜਦੋਂ ਮੇਰਾ ਆਹ ਪ੍ਰਕਾਸ਼ ਹੋਣ ਲੱਗ ਪਿਆ ਦਾੜਾ ਤੇ ਮੇਰੇ ਕੇਸ, ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਜੇ ਇਹ ਆ ਸਕਦਾ ਤੇ ਅਸੀਂ ਆਪਣੇ ਗੁਰੂ ਤੋਂ ਬੇਮੁਖ ਕਿਉਂ ਆ? ਤੇ ਇਸ ਕਰਕੇ ਉਹਨਾਂ ਨੇ ਵਾਪਸੀ ਕੀਤੀ। ਕਈ ਨੌਜਵਾਨਾਂ ਨੇ ਘੱਟੋ ਘੱਟ ਨਸ਼ਿਆਂ ਦੇ ਵਿੱਚੋਂ 70-80 ਨੌਜਵਾਨ ਵਿੱਚ ਕੁੜੀਆਂ ਨੇ, ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਵੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨਸ਼ੇ ਦੇ ਵਿੱਚੋਂ ਕੱਢ ਕੇ ਸਾਨੂੰ ਦੇਖ ਕੇ ਸਾਡੀ ਮੰਨ ਕੇ ਵਾਪਸ ਆਏ ਨੇ। ਬੱਚੇ ਕਿੰਨੇ ਆਪਣੇ? ਬੱਚੇ 2 ਗੁੱਡੀਆਂ ਨੇ ਮੇਰੀ। ਤੇ ਗੁੜੀਆਂ ਨੂੰ ਵੀ ਇਸ ਸਿੱਖ ਧਰਮ ਦੇ ਵੱਲ ਹਾਂ ਬਿਲਕੁਲ। ਹੁਣੇ ਬੱਚੀ ਮੇਰੀ ਜਿਹੜੀ 4 ਸਾਲ ਦੀ ਆ, ਉਹ ਮੂਲ ਮੰਤਰ ਦਾ ਜਾਪ ਕਰਦੀ ਆ। ਚਲੋ ਹੌਲੀ ਹੌਲੀ ਵਾਹਿਗੁਰੂ ਕਿਰਪਾ ਕਰਨਗੇ। ਇੱਕ ਛੋਟੀ ਬੱਚੀ ਆ ਹਲੇ 8-9 ਮਹੀਨੇ ਦੀ। ਤੁਸੀਂ ਕਿਰਪਾਨ ਧਾਰਨ ਕੀਤੀ ਹੈ, ਕਿਦੋਂ ਤੋਂ ਤੁਸੀਂ ਅੰਮ੍ਰਿਤ ਛਕਿਆ ਜਿਹੜਾ? ਇਹ ਵਿਸਾਖੀ ਵਾਲੇ ਦਿਨ ਛਕਿਆ ਸੀ ਅੰਮ੍ਰਿਤ। ਹਾਂ ਵਾਹਿਗੁਰੂ ਦੀ ਉਦੋਂ ਕਿਰਪਾ ਹੋਈ ਸੀ। ਅਚਾਨਕ ਅੰਦਰੋਂ ਆਵਾਜ਼ ਪਈ, ਚਲੇ ਗਏ। ਕਿਸੇ ਨੂੰ ਨਹੀਂ ਦੱਸਿਆ, ਮੇਰੇ ਇੱਥੋਂ ਤੱਕ ਖਾਸ ਦੋਸਤਾਂ ਨੂੰ ਨਹੀਂ ਪਤਾ। ਮੈਂ ਅੰਮ੍ਰਿਤ ਛਕ ਕੇ ਆ ਗਿਆ। ਪਹਿਲੇ ਦਮਾਲਾ ਮੈਂ ਘੱਟੋ ਘੱਟ 5 ਸਾਲ ਹੋ ਗਏ ਬੰਦੇ ਨੂੰ। ਉਸ ਤੋਂ ਬਾਅਦ ਮੈਂ ਇਹ ਜਿਹੜਾ ਇਹ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ। ਵਾਹਿਗੁਰੂ ਤੋਂ ਹੁਕਮ ਹੋਇਆ, ਉਦੋਂ ਹੁਕਮ ਦੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ, ਪਤਾ ਵੀ ਨਹੀਂ ਹੋ ਸਕਦਾ। ਗੱਲ ਕਰਦੇ ਹਾਂ ਖਾਲਿਸਤਾਨ ਦੀ। ਸਿੱਖਾਂ ਨੂੰ ਖਾਲਿਸਤਾਨੀ ਮੰਨਿਆ ਜਾਂਦਾ ਹੈ। ਬਾਰਡਰਾਂ 'ਤੇ ਗਏ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਗਿਆ। ਲਾਲ ਕਿਲੇ ਤੇ ਝੰਡਾ ਆਪਣਾ ਕੇਸਰੀ ਝੰਡਾ ਫਹਰਾਇਆ ਤਾਂ ਖਾਲਿਸਤਾਨੀ ਦੱਸਿਆ ਗਿਆ। ਅਰਸ਼ਦੀਪ ਕੋਲ ਕੈਚ ਛੁੱਟ ਗਈ ਤਾਂ ਉਹਨੂੰ ਵੀ ਖਾਲਿਸਤਾਨੀ ਕਿਹਾ ਗਿਆ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕੱਲ੍ਹ ਨੂੰ ਤੁਹਾਨੂੰ ਵੀ ਖਾਲਿਸਤਾਨੀ ਕਿਹਾ ਜਾਏਗਾ? ਬਿਲਕੁਲ ਬਿਲਕੁਲ, ਉਹ ਤਾਂ ਟੈਗ ਦਿੱਤਾ ਜਾਂਦਾ ਜੀ ਏਜੰਸੀਆਂ ਵੱਲੋਂ। ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਚਲੋ ਜਦੋਂ ਇੱਦਾਂ ਕਹਿੰਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਨੇ ਖਾਲਿਸਤਾਨ ਨੂੰ ਪ੍ਰਮੋਟ ਇਸ ਤਰ੍ਹਾਂ ਕਰ ਦਿੱਤਾ ਹੁੰਦਾ। ਠੀਕ ਆ, ਕਿਉਂਕਿ ਇਹ ਕਹਿੰਦੇ ਨੇ ਕਿ ਕੋਈ ਵੀ ਜੇ ਬੰਦਾ ਗੱਲ ਕਰਦਾ ਉਸ ਨੂੰ ਉਹ ਖਾਲਿਸਤਾਨ ਮੰਗਦਾ। ਹੁਣ ਤੁਸੀਂ ਦੇਖ ਲਓ ਅੱਜ ਦੇ ਟਾਈਮ ਦੇ ਵਿੱਚ, ਤੁਸੀਂ ਦੇਖ ਲਓ ਕਿ ਬੰਦੀ ਸਿੰਘ ਸਾਡੇ ਅੰਦਰ ਬੈਠੇ ਨੇ,
ਕੋਈ ਰਿਹਾਈ ਨਹੀਂ। 27 32 33 ਸਾਲ ਉਹਨਾਂ ਨੂੰ ਅੰਦਰ ਬੈਠੇ ਨੂੰ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ। ਠੀਕ ਆ, ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਬਰੀ ਹੋ ਗਏ ਬੰਦੇ, ਉਹਨਾਂ ਨੂੰ ਕੋਈ ਕਲੀਨ ਚਿੱਟ ਮਿਲ ਗਈ। ਗੋਦਰਾ ਕਾਂਡ ਦੇ ਵਿੱਚ ਮੈਂ ਕਹਿੰਦਾ ਮੁਸਲਿਮ ਜਨਾਨੀਆਂ ਦੇ ਢਿੱਡ ਪਾੜ ਕੇ ਅੰਦਰੋਂ ਬੱਚੇ ਕੱਢ ਕੇ ਕਤਲ ਕੀਤੇ ਗਏ ਤੇ ਉਹਨਾਂ ਨੂੰ ਵੀ ਕਲੀਨ ਚਿੱਟ ਮਿਲ ਗਈ। ਤੇ ਇਹ ਬੰਦੀ ਸਿੰਘਾਂ ਨੂੰ ਕਿਉਂ ਨਹੀਂ? ਬੰਦੀ ਸਿੰਘਾਂ ਨੇ ਤਾਂ ਕੀ ਕਰਤਾ? ਬੰਦੀ ਸਿੰਘਾਂ ਆਪਣਾ ਬਦਲਾ ਲਿਆ, ਕਿਉਂਕਿ 84 ਦੇ ਟਾਈਮ ਉੱਥੋਂ ਦਾ ਜਿਹੜਾ ਬੁੱਚੜ ਮੁੱਖ ਮੰਤਰੀ ਆ ਜਿਹੜਾ ਬੇਅੰਤ ਆ, ਤੇ ਉਸ ਟਾਈਮ ਉਸਨੇ ਜੋ ਸਿੱਖਾਂ ਦਾ ਘਾਣ ਕੀਤਾ ਸੀਗਾ, ਕਿਉਂਕਿ ਜੋ ਸਿੱਖ ਨੌਜਵਾਨੀ ਦਾ ਘਾਣ ਕੀਤਾ ਸੀ, KPS ਗਿੱਲ ਵਰਗੇ, ਸੁਮੇਧ ਸੈਣੀ ਵਰਗੇ, ਇਹਨਾਂ ਨੇ ਐਡਾ ਮਤਲਬ ਕਤਲੇਆਮ ਕੀਤਾ ਸੀਗਾ। ਜਿਹੜੇ ਬਹੁਤ ਮਤਲਬ ਘਾਣ ਕੀਤਾ ਸੀ, ਮਤਲਬ ਘਰਾਂ ਦੇ ਵਿੱਚੋਂ ਕੱਢ ਕੇ ਮੁੰਡੇ ਮਾਰੇ ਸੀਗੇ ਨਜਾਇਜ਼। ਇਹ ਨਹੀਂ ਇਕੱਲੇ ਸਿੱਖ ਨੌਜਵਾਨ, ਕਈ ਮੁੰਡੇ ਵੀ ਮਾਰੇ ਸੀਗੇ ਜਿਹੜੇ ਕਿ ਇਸ ਕੌਮ ਲਈ ਇਕੱਲਾ ਇਹ ਨਹੀਂ ਕਿ ਸਿੱਖ ਹੀ ਨੌਜਵਾਨ ਇਸ ਵੱਲ ਝੁਕਾਵ ਕਰਦੇ ਨੇ। ਜਿਹੜੇ 84 ਦੇ ਵਿੱਚ ਨੌਜਵਾਨ ਮੁੰਡੇ ਦਾ ਬਹੁਤ ਕਤਲੇਆਮ ਹੋਇਆ ਜਿਹੜੀ ਸਿੱਖੀ ਵੱਲ ਤੁਰੇ ਹੋਏ ਸੀਗੇ, ਸਿੱਖੀ ਦੀ ਰਾਹ ਤੇ। ਇਸ ਕਰਕੇ ਜਿਹੜਾ ਇਹ ਰਾਹ ਚੁਣੂਗਾ ਉਹਦਾ ਇਹ ਏਜੰਸੀਆਂ ਇਹੀ ਹੱਲ ਕਰਨਗੀਆਂ, ਕਿਉਂਕਿ ਇਹ ਚਾਹੁੰਦੇ ਨੇ। ਅਸਲ ਦੇ ਵਿੱਚ ਪੰਜਾਬ ਇੱਕ ਦੇਸ਼ ਹੁੰਦਾ ਸੀਗਾ, ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇਹ ਚੁੱਭਦਾ ਇਹਨਾਂ ਨੂੰ, ਕਿਉਂਕਿ ਉਹ ਰਾਜ ਇਹਨਾਂ ਕੋਲ ਹੋ ਹੀ ਨਹੀਂ ਰਿਹਾ। ਉਹ ਲੱਗਦਾ ਕਿ ਉਹ ਕਦੀ ਉਹ ਫਿਰ ਉਹੋ ਜਿਹਾ ਰਾਜ ਨਾ ਆ ਜਾਏ ਦੁਬਾਰਾ, ਹਿਮਾਚਲ ਤੇ ਹਰਿਆਣਾ ਸਾਰਾ ਕੁਝ ਉਸ ਤੋਂ ਡਰਦੇ ਨਹੀਂ ਸੀ। ਬਿਲਕੁਲ ਡਰਦੇ ਨੇ ਜੀ। ਸਿੱਧੂ ਮੂਸੇਵਾਲੇ ਦਾ ਗਾਣਾ ਤੁਸੀਂ ਸੁਣਿਆ ਹੋਊਗਾ, ਜਿਹੜਾ ਕਿ ਨਾਰ ਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ, ਕਿਉਂਕਿ ਥੱਲੇ ਸਾਡੇ ਤੋਂ ਨਹੀਂ ਲੱਗਿਆ ਜਾਂਦਾ, ਨਾ ਹੀ ਸਾਡੀ ਇਹ ਸਾਨੂੰ ਵਾਹਿਗੁਰੂ ਇਹ ਹੁਕਮ ਦਿੰਦਾ ਕਿ ਥੱਲੇ ਨੀਚੇ ਨਹੀਂ ਲੱਗ ਕੇ ਰਹਿਣਾ। ਹਾਂ, ਜੇ ਸਾਡੇ ਕੋਲੋਂ ਕਹਿੰਦਾ ਜੇ ਇਹ ਚੜ੍ਹ ਕੇ ਆਊਗਾ ਤਾਂ ਫਿਰ ਦੇਗ ਮਿਲੂਗੀ, ਜੇ ਤੇਗ ਮਿਲੂਗੀ, ਜੇ ਕੋਈ ਪਿਆਰ ਨਾਲ ਆਊਗਾ ਤਾਂ ਫਿਰ ਦੇਗ ਛਕਾਵਾਂਗੇ। ਇਹ ਦੋ ਚੀਜ਼ਾਂ ਨੇ। ਇਹ ਸੰਤ ਤੇ ਸਿਪਾਹੀ ਦਾ ਕਨਸੈਪਟ ਆ। ਮਹਾਰਾਜ ਇਹ ਜਿਹੜਾ ਸੰਤ ਭਿੰਡਰਾਂ ਵਾਲੇ ਜਿਹੜੇ ਗੱਲ ਕਹਿ ਗਏ ਨੇ, ਉਹਨਾਂ ਨੇ ਤੁਸੀਂ ਇਹ ਚੀਜ਼ ਦੱਸ ਦਿਓ ਕਿਹੜੇ ਖਾਲਿਸਤਾਨ ਦੀ ਗੱਲ ਕੀਤੀ ਸੀ ਉਹਨਾਂ ਨੇ ਇਹ ਚੀਜ਼ ਕਹੀ ਸੀ ਜਿਹੜੀ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਦੇ ਦੋਗੇ ਸਾਨੂੰ ਆਪਣਾ ਰਾਜ, ਅਸੀਂ ਲੈ ਲਵਾਂਗੇ, ਅਸੀਂ ਮਨਾ ਨਹੀਂ ਕਰਦੇ, ਪਰ ਅਸੀਂ ਜੇ ਤੁਹਾਡੇ ਨਾਲ ਰਲ ਕੇ ਚੱਲ ਰਹੇ ਹਾਂ ਤੁਸੀਂ ਰਲਾ ਕੇ ਰੱਖੋ, ਇਹ ਥੱਲੇ ਲੱਗ ਕੇ ਨਹੀਂ ਰਹਿਣਾ ਸੀ। ਕਿਤੇ ਇਹ ਨਹੀਂ ਲੱਗਦਾ ਕਿ ਮਤਲਬ ਖਾਲਿਸਤਾਨ ਦਾ ਮਤਲਬ ਜਿਹੜੇ ਲੋਕਾਂ ਨੂੰ ਭਰਮ ਵਿੱਚ ਜਾਂ ਲੋਕ ਜਿਹੜੇ ਸਮਝਦੇ ਨੇ ਕਿ ਖਾਲੀ ਸਿੱਖਾਂ ਦਾ ਰਾਜ ਹੋਏਗਾ, ਹਿੰਦੂ ਮੁਸਲਮਾਨ ਹੈ ਜੋ ਹੈ ਸਭ ਬਾਹਰ ਹੋਣਗੀਆਂ, ਇਹਨਾਂ ਦੀ ਕੋਈ ਵੈਲਿਊ ਨਹੀਂ ਹੋਣੀ। ਨਹੀਂ ਇਹ ਜਿਹੜਾ ਭਰਮ ਪਿਆਦਾ ਹੈ ਲੋਕੀ, ਇਹੀ ਤਾਂ ਭਰਮ ਏਜੰਸੀਆਂ ਫੈਲਾਉਂਦੀਆਂ ਨੇ ਜੀ। ਏਜੰਸੀਆਂ ਦਾ ਕੰਮ ਕੀ ਆ? ਦੇਖੋ ਜੀ, ਹੁਣ ਤੱਕ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਚੱਲਿਆ, ਜੇ ਕੋਈ ਅਸੀਂ ਕਹਿ ਦਈਏ ਕਿਸੇ ਦੀ ਅਗਵਾਈ ਦੇ ਵਿੱਚ ਇਹ ਅਸੀਂ ਬਿਲਕੁਲ ਗਲਤ ਆ। ਇਹ ਸਿਰਫ ਅਕਾਲ ਪੁਰਖ ਦੀ ਵਾਹਿਗੁਰੂ ਦੀ ਅਗਵਾਈ ਦੇ ਵਿੱਚ 400 ਸਾਲਾ ਉਹਨਾਂ ਦੇ ਵਿੱਚ ਮਨਾਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਅਨਾਉਂਸਮੈਂਟ ਕੀਤੀ 400 ਸਾਲਾਂ ਦੇ ਸਵੇਰੇ ਮੋਦੀ ਨੇ ਕਿ ਮੈਂ ਮਾਫੀ ਮੰਗਦਾ, ਮੈਂ ਆਪਣੇ ਕਾਨੂੰਨ ਵਾਪਸ ਲੈਂਦਾ। ਉਹਨੇ ਗੁਰੂ ਤੋਂ ਡਰ ਕੇ ਇਹ ਚੀਜ਼ ਕਹੀ। ਉਹਨੂੰ ਪਤਾ ਸਿੱਖਾਂ ਦਾ ਇਤਿਹਾਸ 12 ਤਰੀਕ ਸਾਰਾਗੜ੍ਹੀ ਦੀ ਜਿਹੜੀ ਘਟਨਾ ਨਿਕਲ ਕੇ ਗਈ ਆ, ਉਹ ਸਾਰਾਗੜ੍ਹੀ ਦੀ ਘਟਨਾ ਸ਼ਾਇਦ ਹਲੇ ਕਈ ਨੌਜਵਾਨਾਂ ਨੂੰ ਪਤਾ ਹੀ ਨਹੀਂ ਆ, ਕਈ ਸਾਡੇ ਸਿੱਖ ਨੌਜਵਾਨਾਂ ਨੂੰ ਨਹੀਂ ਪਤਾ ਕਿ ਉਹਦਾ ਇਤਿਹਾਸ ਕੀ ਆ। ਮੈਂ ਕਹਿੰਦਾ ਕਿ 11-12 ਜਿਹੜੇ ਸਾਡੇ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਜਿਹੜੇ ਸਿੱਖ ਜਦੋਂ ਉੱਥੇ ਅੰਗਰੇਜ਼ਾਂ ਦੀ ਵੱਲੋਂ ਸਿੱਖ ਰੈਜੀਮੈਂਟ ਲੜ ਰਹੀ ਸੀਗੀ, ਪਠਾਨਾਂ ਨੂੰ 10,000 ਪਠਾਨਾਂ ਨੂੰ ਧੂਲ ਚਟਾਈ ਸੀ। ਇਹ ਕੋਈ ਛੋਟਾ ਮੋਟਾ ਇਤਿਹਾਸ ਨਹੀਂ ਆ, ਇਹ ਇਤਿਹਾਸ ਬਹੁਤ ਵੱਡਾ ਜਿਹੜੇ ਕਿ ਸਾਡੀ ਕਿਤਾਬਾਂ ਦੇ ਵਿੱਚ ਇਤਿਹਾਸ ਦੇ ਵਿੱਚ ਪੜ੍ਹਾਇਆ ਨਹੀਂ ਜਾਂਦਾ। ਸਾਡੇ ਇਤਿਹਾਸ ਨੂੰ ਬੇਮੁਖ ਕੀਤਾ ਜਾਂਦਾ ਸਾਡੇ ਬੱਚਿਆਂ ਦੇ ਵਿੱਚੋਂ, ਕਿਉਂਕਿ ਜਦੋਂ ਮੈਂ ਕਿਤਾਬਾਂ ਪੜ੍ਹਦੇ ਸੀਗੇ ਉਦੋਂ ਸਾਨੂੰ ਇਤਿਹਾਸ ਦਾ ਪਤਾ ਹੁੰਦਾ ਸੀ। ਹੁਣ ਤੁਸੀਂ ਕਿਤਾਬਾਂ ਖੋਲ੍ਹ ਕੇ ਦੇਖ ਲਓ, ਇਹ RSS BJP ਦੇ ਜਿਹੜੀ RSS ਜਿਹੜੀ ਚਾਰ ਛੜਯੰਤਰ ਆ ਚੜੀ ਨਾ, ਕਿਤਾਬਾਂ ਦੇ ਵਿੱਚੋਂ ਇਤਿਹਾਸ ਹੀ ਗਾਇਬ ਕੀਤਾ ਜਾ ਰਿਹਾ। ਸਾਡੇ ਗੁਰੂਆਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਹੁਣ ਈਸਾਈ ਧਰਮ ਦੇ ਵਿੱਚ ਹੁਣ ਕਈ ਅੰਗਰੇਜ਼ ਸਾਡੇ ਕੋਲ ਇੱਥੇ ਮੱਥਾ ਟੇਕਣ ਆਉਂਦੇ ਨੇ ਦਰਬਾਰ ਸਾਹਿਬ, ਠੀਕ ਆ। ਉਹ ਕਦੇ ਕਹਿੰਦੇ ਨੇ ਕਿ ਇਹ ਇੱਥੇ ਤੁਸੀਂ ਪ੍ਰਸ਼ਾਦ ਨਾ ਸਕੋ, ਸਾਰਾ ਕੁਝ ਛਕਦੇ ਨੇ, ਪਰ ਇਹ ਜਿਹੜੀ ਇੱਥੋਂ ਦੀ ਮਸ਼ੀਨਰੀ ਇਹ ਕਿਉਂ ਨਹੀਂ ਛਕਣ ਦਿੰਦੀ? ਇਹ ਅਸਲ ਦੇ ਵਿੱਚ ਏਜੰਸੀਆਂ ਦੇ ਬੰਦੇ ਨੇ। ਇਹ ਕਿਸੇ ਵੀ ਏਜੰਸੀ ਦੇ ਬੰਦੇ ਦਾ ਕੋਈ ਧਰਮ ਜਾਤ ਪਾਤ ਨਹੀਂ ਹੁੰਦਾ, ਤੇ ਇਸ ਕਰਕੇ ਇਹ ਏਜੰਸੀਆਂ ਦੇ ਬੰਦੇ ਨੇ, ਇਹਨਾਂ ਨੇ ਪੰਜਾਬ ਦਾ ਘਾਣ ਕਰਨਾ ਹੀ ਆ। ਤੇ ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਹੜਾ ਲੋਕ ਸੋਚਦੇ ਨੇ ਕਿ ਖਾਲਿਸਤਾਨ ਇਕੱਲੇ ਮਤਲਬ ਸਿੱਖਾਂ ਦਾ ਨਹੀਂ, ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ। ਖਾਲਿਸਤਾਨ ਦਾ ਮਤਲਬ ਸਿੱਧੂ ਮੂਸੇਵਾਲੇ ਨੇ ਆਪਣੇ ਲਾਸਟ ਇੰਟਰਵਿਊ ਦੇ ਵਿੱਚ ਸਮਝਾ ਕੇ ਗਿਆ ਸੀਗਾ ਕਿ ਜਿਹੜਾ ਖਾਲਿਸਤਾਨ ਦਾ ਮਤਲਬ ਹੁੰਦਾ ਖਾਲਸ ਦਾ, ਕਿ ਸਾਰੇ ਧਰਮਾਂ ਦਾ ਸਾਂਝਾ, ਜਿੱਥੇ ਸਾਰੇ ਲੋਕਾਂ ਦਾ ਆਪਣਾ ਆਪਣਾ ਰਾਜ ਹੋਵੇ, ਆਪਣਾ ਆਪਣਾ ਦਬਾਅ ਹੋਵੇ, ਆਪਣੀ ਉਹਨਾਂ ਨੂੰ ਖੁੱਲ੍ਹਤਾ ਹੋਵੇ ਕਿ ਜੋ ਮਰਜ਼ੀ ਕਰ ਸਕਣ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਵੀ ਏਜੰਸੀਆਂ ਨੂੰ ਦੇਖੇਗਾ, ਦੀਪ ਸਿੱਧੂ ਦੇਖਿਆ ਸੀਗਾ ਆਵਾਜ਼ ਚੱਕਣ ਵਾਲਾ, ਉਹਨਾਂ ਨੇ ਮਰਵਾਤਾ। ਕੋਈ UNO ਵੱਲੋਂ ਕਹਿੰਦੇ ਅਸੀਂ ਬਾਹਰੋਂ ਅਸੀਂ ਕਰਵਾਵਾਂਗੇ, ਜਿੱਦਾਂ ਬੈਨਜ਼ੀਰ ਭੁੱਟੋ ਦੀ ਇਹਨਾਂ ਨੇ ਇਨਕੁਆਇਰੀ ਕਰਾਈ ਸੀ, ਕੋਈ ਹੋਈ? ਬਿਲਕੁਲ ਠੱਪ ਹੋ ਗਿਆ। ਕੋਈ ਲੀਡਰ ਬੋਲਿਆ, ਕੋਈ ਆਗੂ ਬੋਲਿਆ, ਕੋਈ ਨਹੀਂ ਬੋਲੂਗਾ, ਕਿਉਂਕਿ ਅਸਲ ਦੇ ਵਿੱਚ ਸਾਰੇ ਇਹੀ ਚਾਹੁੰਦੇ ਸੀ, ਕਿਉਂਕਿ ਲੋਕਾਂ ਦੇ ਨਾ ਜਿਹੜੇ ਫੰਡ ਖਤਮ ਹੋ ਰਹੇ ਸੀ, ਕਿਉਂਕਿ ਉਹ ਲੋਕਾਂ ਦੀਆਂ ਪੈਰਾਂ ਥੱਲੋਂ ਜ਼ਮੀਨਾਂ ਖੋ ਰਿਹਾ ਸੀ। ਹੁਣ ਜਿਹੜੀ ਉਹ ਗੱਲ ਕਹਿ ਕੇ ਗਿਆ, ਅੱਜ ਉਹੀ ਸਾਬਤ ਹੋ ਰਹੀਆਂ, ਸੱਚੀਆਂ ਹੋ ਰਹੀਆਂ ਨੇ। ਉਸ ਤੋਂ ਬਾਅਦ ਸਿੱਧੂ ਮੂਸੇਵਾਲੇ, ਚਲੋ ਉਸਨੇ ਜਿਹੜੀ ਆਪਣੀ ਉਹਦੀ ਗਾਇਕੀ ਦੀ ਕਲਾ ਸੀਗਾ, ਉਸਨੇ ਮਤਲਬ
ਵਾਹਿਗੁਰੂ ਨੇ ਜਿਹ ਤੋਂ ਸੇਵਾ ਲੈਣੀ ਹੁੰਦੀ ਉਹ ਤੋਂ ਸੇਵਾ ਲਈ ਉਹਨੇ SYL ਗਾਣਾ ਲਿਖਿਆ, ਹਲੇ ਹੋਰ ਕਈ ਗਾਣੇ ਲਿਖੇ ਹੋਏ ਨੇ। ਤੇ ਉਸਨੇ ਇੰਟਰਵਿਊ ਦੇ ਵਿੱਚ ਉਹਨੇ ਸਿੱਖੀ ਦੀ ਗੱਲ ਕੀਤੀ, ਉਹਨੇ ਸੰਤਾਂ ਦੀ ਸਪੋਰਟ ਕੀਤੀ। ਉਹਨੇ ਜਦੋਂ ਅਕਾਲ ਤਖਤ ਸਾਹਿਬ ਜਥੇਦਾਰ ਦੇ ਜਦੋਂ ਹਥਿਆਰਾਂ ਦੇ ਬਿਆਨ ਦੇ ਉਹਨੇ ਖੁੱਲ੍ਹ ਕੇ ਸਪੋਰਟ ਕੀਤੀ, ਚਾਹੇ ਉਹ ਕਾਂਗਰਸੀ ਸੀਗੇ। ਸਿਮਰਜੀਤ ਸਿੰਘ ਮਾਨ ਦੀ ਜਦੋਂ ਵਾਰੀ ਆਈ ਸੀ ਕਿ ਸਿੱਖ ਕੌਮ ਸਾਡੇ ਨਾਲ ਖੜ੍ਹਦੀ, ਉਹਨੇ ਖੁੱਲ੍ਹ ਕੇ ਸਪੋਰਟ ਕੀਤੀ। ਅਸਲ ਦੇ ਵਿੱਚ ਉਹ ਇੱਦਾਂ ਦਾ ਬੰਦਾ ਸੀ ਜਿਹਨੇ ਪੱਗ ਨੂੰ ਬਿਲਬੋਰਡ ਤੱਕ ਪਹੁੰਚਾਇਆ। ਤੇ ਜਦੋਂ ਇਦਾਂ ਦਾ ਕੋਈ ਬੰਦਾ ਮਿਲੂਗਾ, ਜਦੋਂ ਇਹ ਸਾਨੂੰ ਨਹੀਂ ਸਮਝ ਲੱਗਦਾ, ਸਾਡੇ ਆਗੂਆਂ ਨੂੰ ਵੀ ਨਹੀਂ ਸਮਝ ਲੱਗਦਾ, ਏਜੰਸੀਆਂ ਨੂੰ ਝੱਟ ਪਤਾ ਲੱਗ ਜਾਂਦਾ ਕਿ ਇਹ ਸਾਡੇ ਲਈ ਘਾਤਕ ਸਿੱਧ ਹੋ ਸਕਦਾ, ਉਦੋਂ ਹੀ ਮਰਵਾ ਦਿੰਦੇ ਨੇ। ਅੱਜ ਤੱਕ ਦੱਸੋ ਸਿੱਧੂ ਮੂਸੇਵਾਲੇ ਦੇ ਜਾਂ ਦੀਪ ਸਿੱਧੂ ਦੇ ਕਿਸ ਨੂੰ ਇਨਸਾਫ ਮਿਲਿਆ? ਕਾਲਾ ਇਹ ਜਿਹੜਾ ਸੰਦੀਪ ਨੰਗਲ ਅੰਬੀਆਂ ਖਿਡਾਰੀ ਸੀਗਾ ਬਹੁਤ ਵਧੀਆ, ਉਹ ਨਸ਼ਿਆਂ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦਾ ਸੀ, ਸਾਫ਼ ਸੁਥਰੀ ਕਬੱਡੀ ਦੇਣਾ ਚਾਹੁੰਦਾ ਸੀ। ਇਹ ਸਰਕਾਰਾਂ ਨੂੰ ਚੁਭਿਆ, ਇਹ ਉਹਨਾਂ ਨੂੰ ਚੁਭਿਆ ਜਿਹੜੇ ਚਿੱਟੇ ਦੇ ਵਪਾਰੀ ਸੀਗੇ। ਕਿਉਂਕਿ ਕੌਣ ਨੇ? ਸਰਕਾਰਾਂ ਨੇ, ਏਜੰਸੀਆਂ ਨੇ। ਮੈਂ ਕਹਿੰਦਾ ਕਿ ਸਰਕਾਰ ਚਾਹਵੇ ਨਾ, ਪ੍ਰਸ਼ਾਸਨ ਚਾਹਵੇ, ਮੰਦਿਰ ਦੇ ਅੱਗੋਂ ਗੁਰਦੁਆਰੇ ਦੇ ਅੱਗੋਂ ਜੁੱਤੀ ਨਹੀਂ ਹਿੱਲ ਸਕਦੀ। ਇਹ ਨਸ਼ਾ ਤੇ ਦੂਰ ਦੀ ਗੱਲ ਆ। ਰਾਜਨੀਤੀ ਧਰਮਾਂ ਤੇ ਹਾਵੀ ਹੋ ਰਹੀ ਹੈ, ਧਰਮ ਨੂੰ ਲੜਾ ਰਹੇ ਨੇ ਰਾਜਨੀਤਿਕ ਜਿਹੜੇ ਨੇਤਾ ਨੇ ਆਪਣੇ ਸਵਾਰਥ ਦੇ ਲਈ ਕਿ ਇਹ ਲੜਦੇ ਮਰਦੇ ਰਹਿਣ ਤੇ ਸਾਡੀ ਕੁਰਸੀ ਬਚੀ ਰਹੇ, ਸਾਡਾ ਫਾਇਦਾ ਹੁੰਦਾ ਰਹੇ। ਬਿਲਕੁਲ ਜੀ, ਸਾਡੇ ਜਿਹੜੇ ਧਾਰਮਿਕ ਆਗੂ ਨੇ ਉਹ ਕਿਹੜੇ ਚੰਗੇ ਨੇ? SGPC ਨੂੰ ਦੇਖੀਏ, ਜੇ SGPC ਚੰਗੀ ਹੋਵੇ ਤੇ ਅੱਜ ਪੰਜਾਬ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਇੱਦਾਂ ਘੁੰਮ ਰਹੇ ਨੇ। ਤੁਸੀਂ ਦੇਖਿਆ ਕਿ ਸਰਕਾਰੀ ਨੌਕਰੀਆਂ ਤੇ ਮੈਂ ਜਗਰਾਉਂ ਦੀ ਕੱਲ੍ਹ ਇੰਟਰਵਿਊ ਸੁਣ ਰਿਹਾ ਸੀ, ਇੱਕ ਸੁਖ ਜਗਰਾਉਂ ਆ ਸਾਡਾ ਵੀਰ, ਉਹ ਦੱਸ ਰਿਹਾ ਸੀਗਾ ਕਿ ਘੱਟੋ ਘੱਟ ਉੱਥੇ ਵੈਨਟਰੀਆਂ ਦੀ ਜਿਹੜੇ ਅੰਦਰ ਵੈਨਟਰੀਆਂ ਹੁੰਦੇ ਕਾਰਪੋਰੇਸ਼ਨ ਦੇ ਵਿੱਚ ਘੱਟੋ ਘੱਟ 45 ਪਤਾ ਨਹੀਂ 55 ਪੋਸਟਾਂ ਨੇ, ਉਹਦੇ ਵਿੱਚੋਂ 13 ਜਿਹੜਾ ਹੈਗੇ ਹਰਿਆਣਵੀ ਨੇ, 43 ਹਰਿਆਣਵੀ ਨੇ, 23 ਹੈਗੇ ਨੇ ਉੱਤੋਂ ਦੇ ਰਾਜਸਥਾਨੀ। ਤੇ ਪੰਜਾਬ ਦੇ ਨੌਜਵਾਨ ਕਿੱਥੇ ਨੇ? ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਕੁਛ ਦਿੱਤਾ ਹੀ ਨਹੀਂ ਜਾ ਰਿਹਾ। ਪੰਜਾਬ ਆਪਣੇ ਆਪ ਬੇਰੁਜ਼ਗਾਰੀ ਫੈਲੂਗੀ। ਪੰਜਾਬ ਦੇ ਨੌਜਵਾਨਾਂ ਨੂੰ ਇੱਕ ਭੂਤ ਸਵਾਰ ਹੋਇਆ। ਉਹ ਕਿਉਂ ਹੋਇਆ? ਕਿਉਂਕਿ ਪੰਜਾਬ ਦੇ ਵਿੱਚ ਰੁਜ਼ਗਾਰ ਹੋਊਗਾ, ਬੰਦੇ ਬਾਹਰ ਕਿਉਂ ਜਾਣਗੇ? ਕੈਨੇਡਾ ਅਮਰੀਕਾ। ਮੈਂ ਕਹਿੰਦਾ ਅੱਜ ਪਾਸਪੋਰਟ ਦਫ਼ਤਰ, ਵੀਜ਼ਿਆਂ ਦੇ ਦਫ਼ਤਰ ਤੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਲਾਈਨਾਂ ਲੱਗੀਆਂ ਪਈਆਂ ਨੇ। ਠੀਕ ਆ, ਕਈ ਡੋਂਕੀ ਥਰੂ ਜਾ ਰਹੇ ਨੇ, ਆਪਣੀ ਜ਼ਿੰਦਗੀ ਰਿਸਕ ਦੇ ਵਿੱਚ ਲੈ ਕੇ। ਕਿੰਨੀਆਂ ਅਸੀਂ ਖਬਰਾਂ ਸੁਣਦੇ। ਇਹ ਕਿਉਂ ਹੋ ਰਿਹਾ? ਕਿਉਂਕਿ ਸਾਡੀ ਸਰਕਾਰਾਂ ਨਾਕਾਮ ਹੋ ਚੁੱਕੀਆਂ ਨੇ। ਇਹ ਜਿਹੜਾ BJP ਦਾ ਏਜੰਡਾ ਆ, ਜਿਹੜਾ ਕਿ BJP ਦਾ ਏਜੰਡਾ, ਇਹ ਮਸ਼ੀਨ ਦਾ ਹੀ ਸਰਕਾਰਾਂ ਇਹਨਾਂ ਦੀਆਂ ਬਣਦੀਆਂ ਨੇ। ਜੇ ਇਹ ਮਸ਼ੀਨ EVM ਮਸ਼ੀਨ ਖਤਮ ਹੋ ਜਾ, ਮੈਂ ਕਿਹਾ ਕੱਲ੍ਹ ਇਹ ਇਲੈਕਸ਼ਨ ਦੇ ਵਿੱਚੋਂ ਮੈਂ ਕਹਿੰਦਾ ਕਿ 392 ਪਤਾ ਨਹੀਂ ਕਿੰਨੀਆਂ ਸੀਟਾਂ ਲਈਆਂ ਸੀ ਨਾ, ਮੈਂ ਕਹਿੰਦਾ ਇਹਦੇ 150 ਸੀਟ ਨਾ ਆਵੇ MP ਦੀ। ਇਹ ਬਹੁਤ ਗੱਲਾਂ ਨੇ, ਆਪਾਂ ਸਮਝ ਨਹੀਂ ਸਕਦੇ। ਤੇ ਇਸ ਕਰਕੇ ਸਾਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਨੌਜਵਾਨੀ ਨੂੰ ਜਾਗਣਾ ਪੈਣਾ। ਤੁਸੀਂ ਬਹੁਤ ਸਮੇਂ ਤੋਂ ਜੋ ਹੈ ਜਾਗ ਚੁੱਕੇ ਹੋ, ਧਰਮ ਦੇ ਨਾਲ ਜੁੜ ਚੁੱਕੇ ਹੋ, ਲੇਕਿਨ ਅੱਜ ਕੱਲ੍ਹ ਦੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨਸ਼ੇ ਵੱਲ ਜਾ ਰਹੇ ਨੇ ਜਾਂ ਬਾਹਰ ਜਾ ਰਹੇ ਨੇ ਜਾਂ ਕੇਸ ਕਟਾ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਉਹਨਾਂ ਨੂੰ ਇਹੀ ਸੰਦੇਸ਼ ਆ ਕਿ ਦੇਖੋ, ਜੇ ਅਸੀਂ ਇਹਦਾ ਬੇਮੁਖ ਹੋਏ ਤੇ ਸਾਨੂੰ ਕੁਝ ਨਹੀਂ ਲੱਭਣਾ। ਕਿਉਂਕਿ ਜ਼ਿੰਦਗੀ ਤਾਂ ਇੱਕ ਦਿਨ ਜਾਣੀ ਹੈ। ਚਾਹੇ ਤੁਸੀਂ 50 ਸਾਲ ਦੀ ਉਮਰ ਦੇ ਹੋ ਕੇ ਮਰ ਜਾਓ, ਚਾਹੇ ਤੁਸੀਂ 28 ਦੀ ਹੋ ਕੇ ਮਰ ਜਾਓ, ਚਾਹੇ ਤੁਸੀਂ 20 ਸਾਲ ਦੀ ਉਮਰ ਹੋ ਕੇ ਮਰ ਜਾਓ, ਪਰ ਇੱਕ ਮਨ ਦੇ ਵਿੱਚ ਚੀਜ਼ ਰਹਿਣੀ। ਜਿਹਦੇ ਮਨ ਦੇ ਵਿੱਚ ਚੀਜ਼ ਆ ਉਹ ਆਪਣੇ ਆਪ, ਮੈਂ ਕਹਿੰਦਾ ਕਿ ਇਹ ਲੋਕਾਂ ਦਾ ਵਹਿਮ ਆ ਕਿ ਸਿੱਖੀ ਵੱਲ ਨੂੰ ਨਹੀਂ ਆ ਰਹੇ। ਮੈਂ ਕਹਿੰਦਾ ਹਜ਼ਾਰਾਂ ਦੇ ਹਿਸਾਬ ਨਾਲ ਦਿਨ ਪਰ ਦਿਨ ਅਸੀਂ, ਕਿਉਂਕਿ ਮੀਡੀਆ ਕਵਰੇਜ ਤੁਹਾਨੂੰ ਪਤਾ, ਅੱਧੀ ਮੀਡੀਆ ਤੇ ਹੁਣ ਗੋਦੀ ਮੀਡੀਆ ਬਣੀ ਚੁੱਕੀ ਆ। ਪੰਜਾਬ ਦੀ ਵੀ ਕੁਝ ਬਣੇ ਤੁਹਾਡੇ ਵਰਗੇ ਭਰਾ ਰਹਿ ਗਏ ਨੇ ਜਿਹੜੇ ਅਸਲ ਖਬਰ ਦਿਖਾਉਂਦੇ ਨੇ। ਤੇ ਇਸ ਕਰਕੇ ਜਿਹੜੀ ਅਸਲ ਗੱਲ ਹੈ ਨਾ ਕਿ ਹਜ਼ਾਰਾਂ ਦੇ ਹਿਸਾਬ ਨਾਲ ਮੁੰਡੇ ਇੱਧਰ ਨੂੰ ਆ ਰਹੇ ਨੇ। ਮੈਂ ਕਹਿੰਦਾ ਕਿ ਰੋਜ਼ 1-2 ਘੱਟੋ ਘੱਟ 10-100 ਦੀ ਐਵਰੇਜ ਨਾਲ ਮੁੰਡੇ ਇੱਧਰ ਨੂੰ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸਾਡੀ ਹੋਂਦ ਕੀ ਆ। ਜੇ ਹੋਂਦ ਦੀ ਲੜਾਈ ਲੜਨੀ ਹੈ ਨਾ, ਤੇ ਇਸ ਤਰ੍ਹਾਂ ਨਹੀਂ, ਅਸੀਂ ਬੇਮੁਖ ਹੋ ਕੇ ਨਹੀਂ ਲੜ ਸਕਦੇ। ਸਾਨੂੰ ਅਨੰਦਪੁਰ ਵੱਲ ਨੂੰ ਮੁੱਖ ਕਰਨਾ ਪੈਣਾ। ਜੇ ਅਨੰਦਪੁਰ ਵੱਲ ਨੂੰ ਮੁੱਖ ਕਰਾਂਗੇ ਤਦ ਜਾ ਕੇ ਅਸੀਂ ਲੜਾਈ ਲੜਾਂਗੇ। ਹੁਣ ਇੱਥੇ ਅੰਮ੍ਰਿਤਪਾਲ ਸਿੰਘ ਆਇਆ, ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪਹਿਲਾਂ ਦੀਪ ਸਿੱਧੂ ਹੁੰਦਾ ਸੀਗਾ। ਉਹ ਨੌਜਵਾਨੀ, ਕਿਉਂਕਿ ਸਾਨੂੰ ਨੌਜਵਾਨਾਂ ਨੂੰ ਆਗੂ ਦੀ ਲੋੜ ਆ। ਦੀਪ ਸਿੱਧੂ ਮਿਲਿਆ ਸੀਗਾ, ਅਗਵਾਈ ਕੀਤੀ, 26 ਤਰੀਕ ਅਸੀਂ ਵੀ ਉੱਥੇ ਸੀਗੇ, ਸਾਰਾ ਕੁਝ। ਚਲੋ ਜਿਹੜਾ ਕਿ ਅਕਾਲ ਪੁਰਖ ਵਾਹਿਗੁਰੂ ਕਲਾ ਵਰਤਾ ਹੁੰਦਾ, ਉਹਨਾਂ ਨੇ ਤਿਰੰਗਾ ਲਹਿਰਾਇਆ ਸੀਗਾ ਸਾਡੇ ਦਰਬਾਰ ਸਾਹਿਬ ਦੇ ਉੱਤੇ, ਅਸੀਂ ਨਿਸ਼ਾਨ ਸਾਹਿਬ ਲਹਿਰਾਤਾ। ਤੇ ਨਿਸ਼ਾਨ ਸਾਹਿਬ ਦੇ ਵੈਸੇ ਬਾਬਾ ਬਘੇਲ ਸਿੰਘ ਉਹਨਾਂ ਦੀ ਜਿਹੜੀ ਰੀਤ ਆ, ਸਾਲ ਬਾਅਦ ਲਹਿਰਾਇਆ ਹੀ ਜਾਂਦਾ। ਤੁਸੀਂ 172 ਦੇਸ਼ਾਂ ਦੇ, ਜੇ ਨਿਸ਼ਾਨ ਸਾਹਿਬ ਦੀ ਗੱਲ ਕਰੇ, 172 ਦੇਸ਼ਾਂ ਦੇ ਵਿੱਚ ਰਾਸ਼ਟਰੀ ਝੰਡੇ ਦੇ ਨਾਲ ਸਾਡਾ ਨਿਸ਼ਾਨ ਸਾਹਿਬ ਝੂਲਦਾ, ਤੇ ਉੱਥੋਂ ਜਾ ਕੇ ਵਾਪਸ ਕਰਾ ਲੈਣ। ਲੇਹ ਲਦਾਖ ਦੇ ਵਿੱਚ ਮੈਂ ਖੁਦ ਜਾ ਕੇ ਆਇਆ, ਪੱਥਰ ਸਾਹਿਬ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਝੂਲਦਾ, 80 ਫੁੱਟਾ ਨਿਸ਼ਾਨ ਸਾਹਿਬ। ਕਿਉਂ ਉੱਥੇ ਤਿਰੰਗਾ ਲਹਿਰਾ? ਗੱਲ ਪਤਾ ਕੱਲ੍ਹ ਤਿਰੰਗੇ ਦੀ, ਨਿਸ਼ਾਨ ਸਾਹਿਬ ਦੀ ਨਹੀਂ ਆ, ਗੱਲ ਹੈਗੀ ਆ ਸਾਡੀ ਮਾਨਸਿਕਤਾ ਦੀ। ਇਹਨਾਂ ਏਜੰਸੀਆਂ ਦੇ ਬੰਦਿਆਂ ਨੇ, ਇਹਨਾਂ RSS BJP ਵਾਲਿਆਂ ਨੇ ਸਾਡੇ ਵਿੱਚ ਇੱਦਾਂ ਦੀ ਫੁੱਟ ਪਾਈ ਹੋਈ ਆ, ਸਾਨੂੰ ਹੋਰ ਪਾਸੇ ਤੋੜਤਾ। ਹੁਣ ਘਰ ਘਰ ਤਿਰੰਗੇ ਦੀ ਇਹਨਾਂ ਨੂੰ ਲੋੜ ਕੀ ਪੈ ਗਈ ਸੀ? ਕਿ ਉਹ ਦੇਸ਼ ਭਗਤੀ ਚੈੱਕ ਕਰਦੇ ਫਿਰਦੇ ਨੇ। ਜਦੋਂ ਸਿੱਖ ਉੱਥੇ ਬਾਰਡਰਾਂ 'ਤੇ ਸ਼ਹੀਦ ਹੁੰਦੇ ਨੇ ਉਦੋਂ ਸ਼ਹੀਦ, ਜਦੋਂ ਸਿੱਖ ਆਪਣਾ ਹੱਕ ਮੰਨਦੇ ਉਦੋਂ ਆਤੰਕਵਾਦੀ। ਇਹ ਕਿਉਂ? ਇਹ ਦੋਹਰੀ ਦਾ ਮਾਪਦੰਡ ਸਾਡੇ ਨਾਲ ਕਿਉਂ ਕੀਤਾ ਜਾ ਰਿਹਾ? ਹੁਣ ਤੱਕ ਤੁਸੀਂ 47 ਤੋਂ ਲੈ ਕੇ ਹੁਣ ਤੱਕ ਦੱਸੋ ਕਿਹੜੇ ਸਿੱਖ ਨੂੰ ਇਨਸਾਫ ਮਿਲਿਆ? ਦੱਸੋ। ਆਹ ਕਾਲਾ ਮੂੰਹ ਕਰਕੇ ਇੱਕ ਕੁੜੀ ਨਾਲ ਰੇਪ, ਗਲਤ ਕੰਮ ਵੀ ਕੀਤਾ ਗਿਆ, ਰੇਪ ਕੀਤਾ ਗਿਆ, ਤੇ ਕੁੜੀ ਨਾਲ ਇੱਦਾਂ ਬਦਸਲੂਕੀ ਨਾਲ ਮੂੰਹ ਕਾਲਾ ਕਰਕੇ ਘੁਮਾਇਆ ਗਿਆ। ਕਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਜਿਹੜੀ ਇੱਥੇ ਦਾਅਵੇ ਕਰਦੀ ਫਿਰਦੀ, ਕਿੰਨਾ ਕੁ ਬਚਾ ਲਿਆ ਉਹਨਾਂ ਨੇ? ਗੱਲਾਂ ਬਹੁਤ ਨੇ, ਪਰ
ਇੰਟਰਵਿਊ ਕਰਦੇ ਕਰਦੇ ਸਾਡੇ ਕੋਲ ਟਾਈਮ ਬਹੁਤ ਘੱਟ ਪੈ ਜਾਣਾ ਤੇ ਮਤਲਬ ਗੱਲਾਂ ਇਦਾਂ ਦੀਆਂ ਨੇ ਕਿ ਇਹਨਾਂ ਸਰਕਾਰਾਂ ਦੀਆਂ ਪੋਲਾਂ ਖੋਲ੍ਹਣ ਲਈ ਬਹੁਤ ਨੇ, ਪਰ ਇਹ ਜਿਹੜੇ ਅੱਜ ਦੇ ਜਿਹੜੇ ਲੋਕ ਸੋਚਦੇ ਫਿਰਦੇ ਨਾ, ਜਿਹੜੇ ਇੱਥੇ ਫੇਸਬੁੱਕਾਂ ਦੇ ਵਿਦਵਾਨ ਬਣੇ ਫਿਰਦੇ ਨੇ, ਇਹਨਾਂ ਦੇ IT ਸੈੱਲ ਜਿਹੜੇ ਵਗੈਰਾ, ਉਹਨਾਂ ਨੂੰ ਇਹ ਸੋਚ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਆ। ਸਾਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਹੀ ਪੈਣਾ, ਅੱਜ ਨਹੀਂ ਤਾਂ ਕੱਲ ਨਹੀਂ, ਕਦੋਂ ਨਾ ਕਦੋਂ ਤੇ ਹੋਣਾ ਹੀ ਪੈਣਾ ਜੇ ਆਪਣੇ ਹੱਕ ਲੈਣੇ ਨੇ, ਨਹੀਂ ਤੇ ਇਹਨਾਂ ਨੇ ਸਾਡੇ ਦਾੜਿਆਂ ਤੱਕ ਪਹੁੰਚ ਜਾਣਾ। ਤੇ ਦੂਜੀ ਗੱਲ ਇਹ ਆ ਕਿ ਜਦੋਂ ਤੱਕ ਅਸੀਂ ਪੰਜਾਬ ਦੀ ਜਿਹੜੀ ਹੁਣੇ ਨੌਜਵਾਨ ਸਾਡਾ ਆਗੂ ਆਇਆ ਅੰਮ੍ਰਿਤਪਾਲ ਸਿੰਘ, ਮੈਂ ਲਾਸਟ ਦੇ ਵਿੱਚ ਇਹ ਚੀਜ਼ ਕਹਿਣਾ ਚਾਹੁੰਦਾ ਕਿ ਸਾਨੂੰ ਖੁੱਲ੍ਹ ਕੇ ਸਪੋਰਟ ਕਰਨੀ ਚਾਹੀਦੀ ਆ, ਕਿਉਂਕਿ ਸਾਨੂੰ ਨੌਜਵਾਨ ਆਗੂ ਦੀ ਲੋੜ ਆ। ਜਿਹੜੇ ਸਾਡੇ SGPC ਦੇ ਮੈਂਬਰ ਨੇ ਜਾਂ ਸਾਡੇ ਹੋਰ ਆਗੂ ਨੇ, ਉਹ ਬਜ਼ੁਰਗ ਹੋ ਚੁੱਕੇ ਨੇ, ਉਹਨਾਂ ਨੂੰ ਗੱਲ ਕਰਨ ਦੀ ਨਹੀਂ ਆ, ਕਿਉਂਕਿ ਇੱਥੇ ਨੌਜਵਾਨ ਆਗੂ ਦੀ ਲੋੜ ਆ। ਸਾਨੂੰ ਸਾਰਿਆਂ ਨੂੰ ਉਹਦੇ ਮਗਰ ਲੱਗ ਕੇ ਲੱਗਣਾ ਚਾਹੀਦਾ। ਇਹ ਨਾ ਦੇਖੀ ਕਿ ਉਹ ਪੜ੍ਹਿਆ ਕਿੰਨਾ, ਇਹ ਦੇਖੀਏ ਮਹਾਰਾਜ ਨੇ ਕੀ ਕਲਾ ਵਰਤਾਣੀ ਉੱਤੋਂ, ਤੇ ਇਹ ਕਲਾ ਇੱਥੇ ਵਰਤੂਗੀ। ਕਰਨੀਨਾਮਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕਰਨੀਨਾਮਾ ਦੇ ਵਿੱਚ ਅੱਧੀਆਂ ਤਾਂ ਗੱਲਾਂ ਸੱਚ ਹੋ ਗਈਆਂ ਨੇ ਕਾਬਲ ਕੰਧਾਰ ਵਾਲੀਆਂ, ਤੇ ਹੁਣ ਇੱਧਰ ਵੀ ਕਲਾ ਵਰਤੂਗੀ। ਇਹ ਨਾ ਸੋਚੋ ਜਿਹੜੇ ਬੰਬ ਧਮਾਕੇ ਧਮੂਕੇ ਤੇ ਫੁੱਸ ਹੋ ਜਾਣੇ ਨੇ ਸਾਰੇ, ਪਰ ਇਹ ਜਦੋਂ ਇੱਥੇ ਖਾਲਸੇ ਰਾਜ ਵਰਗਾ ਰਾਜ ਜਦੋਂ ਆਉਣਾ ਨਾ, ਉਦੋਂ ਇਹਨਾਂ ਨੇ ਭੱਜਣਾ ਸਾਰਿਆਂ ਨੇ। ਤੇ ਇਸ ਕਰਕੇ ਸਾਨੂੰ ਇਕੱਤਰ ਹੋਣ ਦੀ ਲੋੜ ਆ। ਇਹ ਨਹੀਂ ਆ ਕਿ ਇਕੱਲੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇੱਕੋ ਹੀ ਆ ਵੀਰ, ਇਹ ਬਸ ਏਜੰਸੀਆਂ ਦਾ ਸਾਡੇ ਮਾਨਸਿਕਤਾ ਵਿੱਚ ਭਰਮ ਫੈਲਾਇਆ ਜਾਂਦਾ। ਹੁਣ ਦੱਸ ਦਿਓ ਜੀ, ਅੱਜ ਦੇ ਟਾਈਮ ਦੇ ਵਿੱਚ ਜੇ ਹੁਣ ਅਸੀਂ ਇੱਥੇ ਲਾ ਲਈਏ ਹਿੰਦੂਆਂ ਦਾ ਰਾਜ ਆ, ਮੋਦੀ ਵਰਗੇ ਦਾ ਰਾਜ, ਤੇ ਅੱਜ ਕੱਲ੍ਹ ਦੇ ਇੱਥੇ ਧੀਆਂ ਭੈਣਾਂ ਸੁਖੀ ਨੇ? ਕਿੱਡੇ ਰੇਪ ਹੋ ਰਹੇ ਨੇ, ਕਿੱਡੀਆਂ ਧੀਆਂ ਭੈਣਾਂ ਨੂੰ ਚੱਕਿਆ ਜਾ ਰਿਹਾ। ਹਾਈ ਕੋਰਟ ਨੇ ਪ੍ਰਵਾਨਗੀ ਦੇਤੀ ਆ, ਲਵ ਮੈਰਿਜ ਕਰਾਇਆ ਆਰਾਮ ਨਾਲ। ਉਹ ਮਾਪੇ ਕਿੱਥੇ ਜਾਣਗੇ ਜਿਹੜੇ ਵਿਚਾਰੇ ਬੈਠੇ ਨੇ ਘਰ ਦੇ ਵਿੱਚ, ਜਿਹੜੇ ਬੱਚਿਆਂ ਨੂੰ ਪਾਲਦੇ ਨੇ 22 23 ਸਾਲ ਦੀ ਉਮਰ 'ਚ? ਕੋਈ ਰੂਲ ਹੈਗਾ? ਇਹਨਾਂ ਨੇ ਰੂਲ ਦੀ ਐਸੀ ਕਿ ਤੈਸੀ ਕਰਤੀ ਆ। ਮਤਲਬ ਇਹਨਾਂ ਨੇ ਕਾਨੂੰਨਾਂ ਨਾਲ ਛੇੜਛਾੜ ਕਰਤੀ, ਇਤਿਹਾਸਾਂ ਨਾਲ ਛੇੜਛਾੜ ਕਰਤੀ। ਮੈਂ ਇੱਕ ਗੁਰੂ ਸਾਹਿਬ ਦਾ ਬਿਆਨ, ਜਦੋਂ ਕੋਈ ਗੁਰੂ ਸਾਹਿਬ ਨਾਲ ਟਕਰਾਇਆ ਨਾ, ਜਿੱਦਾਂ ਅਬਦਾਲੀ ਵਰਗੇ ਜਿੱਦਾਂ ਇਹ ਗੁਰੂ ਨਾਨਕ ਦੇਵ ਜੀ ਨੇ ਬਾਬਾ ਨੂੰ ਜਾਬਰ ਕਿਹਾ ਸੀਗਾ ਤੇ ਉਹ ਇੱਕਦਮ ਹਿੱਲ ਗਿਆ ਸੀਗਾ। ਇਹੀ ਚੀਜ਼ਾਂ ਹੁਣ ਹੋਣੀਆਂ ਨੇ ਜਦੋਂ ਇਹ ਨਹੀਂ ਹੈ ਕਿ ਇੱਥੇ ਕੋਈ ਸਿੱਖ ਵੀ ਚਾਹੇ ਕੋਈ ਵੀ ਨਾ ਰਹੇ, ਤਾਂ ਵੀ ਨਹੀਂ ਇਹ ਸਿੱਖ ਕੌਮ ਦੀ ਨਹੀਂ ਹਿਲਾ ਸਕਦੇ। ਤੇ ਇਹ ਨਹੀਂ ਹਮੇਸ਼ਾ ਵਾਹਿਗੁਰੂ ਨੇ ਚੜ੍ਹਦੀ ਕਲਾ ਵਾਲੀ ਰੱਖੀ ਤੇ ਰੱਖੂਗੀ। ਤੇ ਇਸ ਕਰਕੇ ਸਾਰੇ ਵੀਰਾਂ ਨੂੰ ਅਪੀਲ ਆ ਕਿ ਇਸ ਪਾਸੇ ਆ ਜਾਓ, ਇਹਨਾਂ ਲੋਕਾਂ ਦੇ ਵਿੱਚ ਨਾ ਫਸੋ। ਇਹ ਜਿਹੜੇ ਮਸ਼ੀਨਰੀ ਚੱਲੀ ਫਿਰਦੀ ਆ ਪੰਜਾਬ ਦੇ ਵਿੱਚ, ਇਹ ਹਮੇਸ਼ਾ ਲੜਾਈ ਆ ਸਿੱਖ ਵੈਸਸ ਪਖੰਡਵਾਦ, ਜਿਹੜੀ ਹਮੇਸ਼ਾ ਤੋਂ ਚੱਲਦੀ ਆ ਰਹੀ ਆ ਤੇ ਚੱਲਦੀ ਰਹੂਗੀ। ਇਹ ਕਿਸੇ ਧਰਮ ਨਾਲ ਲੜਾਈ ਨਹੀਂ ਆ, ਸਾਡੀ ਲੜਾਈ ਆ ਪਖੰਡਵਾਦ ਨਾਲ।